ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸੋਝੀ ਦਿੰਦਿਆਂ ਹੋਇਆਂ ਬਾਣੀ ਅੰਦਰ ਸਮਝਾਉਂਦੇ ਨੇ ਕਿ ਮਨੁੱਖ ਦੇ ਮਨ ਨੂੰ ਹਮੇਸ਼ਾ ਮੋਹ ਚੰਬੜਿਆ ਰਹਿੰਦਾ ਹੈ। ਮੋਹ ਦੇ ਅਧੀਨ ਹੀ ਬੰਦੇ ਦਾ ਸਮੁੱਚਾ ਜੀਵਨ ਹੈ। ਮਾਇਆ ਦਾ ਮੋਹ ਤੇ ਮੋਹ ਬੰਦੇ ਨੂੰ ਹਮੇਸ਼ਾ ਉਸ ਚੀਜ਼ ਨਾਲ ਹੁੰਦਾ ਹੈ ਜਿਹੜੀ ਮੇਰੀ ਹੋਵੇ। ਜਿਸ ਚੀਜ਼ ਨਾਲ ਮੈਂ ਦਾ ਸੰਬੰਧ ਹੈ, ਮੇਰੇ ਦਾ ਸੰਬੰਧ ਹੈ, ਉਹਦੇ ਨਾਲ ਮੋਹ ਹੁੰਦਾ ਹੈ। ਜਿੱਥੇ ਮੈਂ ਤੇ ਮੇਰੇ ਦਾ ਕੋਈ ਸੰਬੰਧ ਨਹੀਂ ਨਾ, ਉੱਥੇ ਮੋਹ ਨਹੀਂ ਹੈ। ਮੇਰਾ ਘਰ, ਮੇਰੀ ਪਤਨੀ, ਮੇਰੇ ਬੱਚੇ, ਮੇਰਾ ਪੈਸਾ, ਮੇਰੀ ਦੌਲਤ, ਉੱਥੇ ਮੋਹ ਹੈ। ਮੋਹ ਦੂਸਰੇ ਨਾਲ ਨਹੀਂ, ਮੋਹ ਆਪਣੇ ਨਾਲ ਹੈ। ਬੇਗਾਨੀਆਂ ਚੀਜ਼ਾਂ ਨਾਲ ਮੋਹ ਨਹੀਂ ਹੁੰਦਾ, ਆਪਣੀਆਂ ਨਾਲ ਮੋਹ ਹੁੰਦਾ ਹੈ। ਦੂਸਰੇ ਨੂੰ ਕੋਈ ਨੁਕਸਾਨ ਵੀ ਪਹੁੰਚੇ ਤਾਂ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਆਪਣੇ ਨੂੰ ਨੁਕਸਾਨ ਪਹੁੰਚਦਾ ਹੈ, ਆਪਣੇ ਨੂੰ ਦੁੱਖ ਪਹੁੰਚਦਾ ਹੈ, ਫਿਰ ਬੰਦਾ ਦੁਖੀ ਹੁੰਦਾ ਹੈ। ਮੇਰੇ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਬੜੀ ਤਕਲੀਫ ਹੁੰਦੀ ਹੈ, ਕਿਸੇ ਦੂਸਰੇ ਦੇ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੋਹ ਇਹ ਹੈ। ਸਤਿਗੁਰੂ ਕਹਿੰਦੇ ਇਸ ਮੋਹ ਦੇ ਅਧੀਨ ਸਾਰੀ ਦੁਨੀਆ ਹੈ। ਇਸ ਮਾਇਆ ਮਮਤਾ ਨੇ, ਮਾਇਆ ਦੇ ਮੋਹ ਨੇ ਸਾਰਿਆਂ ਨੂੰ ਗ੍ਰਸਿਆ ਹੋਇਆ। ਇਹਦੇ ਤੋਂ ਕੋਈ ਵੀ ਬਚਿਆ ਨਹੀਂ, ਇਹਦੇ ਤੋਂ ਕੋਈ ਵੀ ਮੁਕਤ ਨਹੀਂ ਹੋ ਸਕਿਆ। ਸਤਿਗੁਰੂ ਕਹਿੰਦੇ ਮੋਹ ਅਰ ਭਰਮ ਤਜੋ ਤੁਮ ਵੀਰ। ਮੋਹ ਅਤੇ ਭਰਮ, ਹੇ ਵੀਰ, ਇਹਨਾਂ ਦੋਨਾਂ ਨੂੰ ਛੱਡ। ਮੋਹ ਦੇ ਨਾਲ ਕਦੇ ਕੁਝ ਹਾਸਲ ਨਹੀਂ ਹੁੰਦਾ। ਮੋਹ ਵਿੱਚ ਬੰਦਾ ਉਲਝ ਕੇ ਰਹਿ ਜਾਂਦਾ ਹੈ। ਭਰਮ, ਇਹਦੇ ਨਾਲ ਵੀ ਕਦੇ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ। ਮਾਇਆ ਦੇ ਵਿੱਚ ਲੱਗਦਾ ਜ਼ਰੂਰ ਹੈ ਕਿ ਸੁੱਖ ਹੈ, ਪਰ ਹੁੰਦਾ ਨਹੀਂ। ਇਹੀ ਤੇ ਭਰਮ ਹੈ। ਸਤਿਗੁਰੂ ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਐਸਾ ਹੈ ਕਿ ਜੈਸਾ ਉਹਨੂੰ ਮੰਨਦੇ ਹਾਂ ਵੈਸਾ ਉਹ ਹੁੰਦਾ ਨਹੀਂ। ਤੁਸੀਂ ਕਿਸੇ ਬੰਦੇ ਨੂੰ ਵੇਖਿਆ ਕਿ ਇਹ ਤੇ ਬੜੀ ਸੇਵਾ ਕਰਦਾ ਹੈ। ਤੁਸੀਂ ਕਿਸੇ ਬੰਦੇ ਨੂੰ ਦੇਖਿਆ ਕਿ ਇਹ ਤਾਂ ਹਰ ਵੇਲੇ ਹੱਥ ਵਿੱਚ ਮਾਲਾ ਰੱਖਦਾ ਹੈ। ਤੁਸੀਂ ਵੇਖਿਆ ਕਿ ਇਹ ਬੰਦਾ ਤੇ ਬਹੁਤ ਧਰਮੀ ਲੱਗਦਾ ਹੈ। ਇਹਨੂੰ ਅਕਸਰ ਧਰਮ ਸਥਾਨਾਂ ਤੇ ਦੇਖਿਆ ਜਾਂਦਾ ਹੈ। ਪਰ ਜਦੋਂ ਤੁਸੀਂ ਉਸ ਬੰਦੇ ਦੇ ਨੇੜੇ ਹੋਏ, ਉਹਦੇ ਨਾਲ ਮਿਲਵਰਤਨ ਸ਼ੁਰੂ ਹੋਇਆ, ਉਹਦੇ ਨਾਲ ਗੱਲਬਾਤ ਸ਼ੁਰੂ ਹੋਈ,
ਤਾਂ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਤਾਂ ਸਿਰਫ ਮੇਰਾ ਭਰਮ ਹੀ ਸੀ ਕਿ ਇਹ ਬੰਦਾ ਧਾਰਮਿਕ ਹੈ। ਇਹ ਤਾਂ ਮੈਨੂੰ ਸਿਰਫ ਭੁਲੇਖਾ ਹੀ ਸੀ। ਇਹ ਸਿਰਫ ਦਿਖਾਵੇ ਦਾ ਪੂਜਾ ਪਾਠ ਕਰਦਾ ਹੈ, ਇਹ ਸਿਰਫ ਦਿਖਾਵੇ ਦਾ ਜਪ ਤਪ ਕਰਦਾ ਹੈ, ਦਿਖਾਵੇ ਦੀ ਸੇਵਾ ਕਰਦਾ ਹੈ, ਦਿਖਾਵੇ ਲਈ ਧਰਮ ਸਥਾਨਾਂ ਤੇ ਜਾਂਦਾ ਹੈ, ਦਾਨ ਕਰਦਾ ਹੈ, ਪਰ ਧਰਮ ਇਹਦੇ ਕੋਲ ਹੈ ਨਹੀਂ। ਇਸ ਲਈ ਭਰਮ ਦਾ ਮਤਲਬ ਕਿ ਜੋ ਚੀਜ਼ ਦਿਖਾਈ ਦਿੰਦੀ ਹੋਵੇ ਪਰ ਅਸਲ ਵਿੱਚ ਉਹ ਹੋਵੇ ਹੀ ਨਾ, ਉਸ ਨੂੰ ਭਰਮ ਕਹਿੰਦੇ ਨੇ। ਸਤਿਗੁਰੂ ਕਹਿੰਦੇ ਇਹ ਭਰਮ ਅਤੇ ਮੋਹ, ਇਹਨਾਂ ਦੋਨਾਂ ਨੂੰ ਛੱਡ, ਕਿਉਂਕਿ ਮੋਹ ਵਿੱਚ ਤੇ ਭਰਮ ਵਿੱਚ ਜਿਹੜਾ ਵੀ ਫਸਿਆ ਉਹ ਖੱਜਲ ਹੋਇਆ। ਪਹਿਲਾਂ ਤਾਂ ਮੋਹ ਮਾਇਆ ਦਾ ਪਿਆ ਕਿ ਮੇਰੀ ਮਾਇਆ, ਫਿਰ ਮੋਹ ਇਸ ਦਾ ਭਰਮ, ਕਿਉਂਕਿ ਖਿਆਲ ਰੱਖਣਾ ਕਿ ਭਰਮ ਦੀ ਵਜ੍ਹਾ ਕਰਕੇ ਹੀ ਬੰਦਾ ਇਹਦੇ ਮੋਹ ਵਿੱਚ ਪੈ ਗਿਆ ਕਿ ਦੂਸਰਿਆਂ ਦੇ ਘਰ ਧੀ ਪੁੱਤ ਹੈ, ਬੱਚੇ ਨੇ, ਉਹ ਬੰਦੇ ਕਿੰਨੇ ਸੁਖੀ ਹੋਣਗੇ ਜਿਨ੍ਹਾਂ ਦੇ ਘਰ ਔਲਾਦ ਹੈ। ਪਹਿਲਾਂ ਭਰਮ ਇੱਥੋਂ ਪੈਦਾ ਹੋਇਆ। ਦੂਸਰਿਆਂ ਦੇ ਘਰ ਦੌਲਤ ਹੈ, ਦੂਸਰਿਆਂ ਦਾ ਕਿੱਡਾ ਵੱਡਾ ਘਰ ਹੈ, ਦੂਸਰਿਆਂ ਦੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ, ਉਹਨਾਂ ਦੇ ਕੋਲ ਕਿੰਨਾ ਸੁੱਖ ਹੋਵੇਗਾ, ਉਹਨਾਂ ਦੇ ਕੋਲ ਕਿੰਨੀਆਂ ਸੁੱਖ ਸਹੂਲਤਾਂ ਨੇ, ਕਿੰਨੀਆਂ ਗੱਡੀਆਂ ਨੇ। ਇਹ ਵੇਖ ਕੇ ਮਨ ਭਰਮ ਪਿਆ ਕਿ ਦੂਸਰੇ ਕੋਲ ਸੁੱਖ ਹੈ ਕਿਉਂਕਿ ਉਹਦੇ ਕੋਲ ਔਲਾਦ ਹੈ, ਦੂਸਰੇ ਕੋਲ ਸੁੱਖ ਹੈ ਕਿਉਂਕਿ ਉਹਦੇ ਕੋਲ ਕੀ ਹੈ, ਗੱਡੀ ਹੈ, ਪੈਸਾ ਹੈ, ਦੌਲਤ ਹੈ, ਜ਼ਮੀਨਾਂ ਨੇ। ਦੂਸਰੇ ਦਾ ਚੀਜ਼, ਪੈਸਾ, ਦੂਸਰੇ ਦੀਆਂ ਚੀਜ਼ਾਂ ਦੇਖ ਕੇ ਭਰਮ ਗਿਆ ਤੇ ਉਹ ਭਰਮ ਹੁਣ ਮਨ ਵਿੱਚ ਪੈਦਾ ਹੋ ਗਿਆ ਕਿ ਮੇਰੇ ਕੋਲ ਵੀ ਐਸਾ ਪੈਸਾ ਹੋਵੇਗਾ, ਇੰਨੀਆਂ ਸੁੱਖ ਸਹੂਲਤਾਂ ਹੋਣਗੀਆਂ ਤਾਂ ਮੈਂ ਸੁਖੀ ਹੋਊਂਗਾ, ਮੇਰੇ ਕੋਲ ਵੀ ਔਲਾਦ ਹੋਗੀ ਤਾਂ ਮੈਂ ਸੁਖੀ ਹੋਊਂਗਾ। ਭਰਮ ਗਿਆ ਤੇ ਜਦੋਂ ਉਹ ਪੈਸਾ ਮਿਲ ਗਿਆ, ਜਦੋਂ ਔਲਾਦ ਮਿਲ ਗਈ, ਤਾਂ ਫਿਰ ਉਹਦੇ ਮੋਹ ਵਿੱਚ ਮੇਰਾ ਪੈਸਾ, ਮੇਰੀ ਔਲਾਦ, ਮੇਰਾ ਧਨ, ਫਿਰ ਉਹਦੇ ਮੋਹ ਵਿੱਚ ਗਲਤਾਨ ਹੋਇਆ। ਹੁਣ ਜਰਾ ਜਿਹਾ ਕਿਤੇ ਘਾਟਾ ਪੈ ਜਾਂਦਾ ਤਾਂ ਬੜੀ ਤਕਲੀਫ ਹੁੰਦੀ ਹੈ, ਜਰਾ ਜਿਹਾ ਕਿਤੇ ਸੱਟ ਚੋਟ ਵੱਜ ਜਾਂਦਾ ਤਾਂ ਬੜਾ ਦੁਖੀ ਹੁੰਦਾ ਹੈ, ਚੈਨ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ, ਕਿਉਂਕਿ ਮੇਰੇ ਨੂੰ ਨੁਕਸਾਨ ਪਹੁੰਚਿਆ, ਮੇਰਾ ਘਰ ਉਸ ਨੂੰ ਨੁਕਸਾਨ ਪਹੁੰਚਿਆ, ਮੇਰੀ ਗੱਡੀ ਨੂੰ ਨੁਕਸਾਨ ਪਹੁੰਚਿਆ, ਕਿਉਂਕਿ ਇਹਦੇ ਨਾਲ ਮੈਨੂੰ ਸੁੱਖ ਮਿਲਣਾ ਸੀ, ਇਹ ਹੁਣ ਨਹੀਂ ਰਹੀ, ਇਹ ਗੱਡੀ ਨਹੀਂ ਰਹੀ, ਘਰ ਨਹੀਂ ਰਿਹਾ, ਕਿਉਂਕਿ ਮੈਨੂੰ ਇਹਦੇ ਨਾਲ ਸੁੱਖ ਮਿਲਣਾ ਸੀ। ਔਲਾਦ ਨਹੀਂ ਰਹੀ, ਮੈਨੂੰ ਇਹਦੇ ਨਾਲ ਸੁੱਖ ਮਿਲਣਾ ਸੀ, ਹੁਣ ਉਹਨੂੰ ਚੇਤੇ ਕਰ ਕਰਕੇ ਰੋਈ ਜਾਂਦਾ ਹੈ, ਉਹਨੂੰ ਚੇਤੇ ਕਰ ਕਰਕੇ ਦੁਖੀ ਹੋਈ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਨੂੰ ਤਿਆਗ, ਭਰਮ ਨੂੰ ਅਤੇ ਮੋਹ ਨੂੰ। ਸੱਚ ਨੂੰ ਵੇਖ, ਜਦੋਂ ਸੱਚ ਨੂੰ ਵੇਖੇਗਾ ਫਿਰ ਹੀ ਝੂਠ ਦਾ ਤਿਆਗ ਕਰ ਸਕੇਗਾ। ਝੂਠ ਛੁੱਟ ਜਾਏਗਾ, ਤਿਆਗਣਾ ਨਹੀਂ ਪਵੇਗਾ, ਆਪੇ ਤਿਆਗਿਆ ਜਾਏਗਾ, ਆਪੇ ਹੀ ਛੁੱਟ ਜਾਏਗਾ ਜਦੋਂ ਸੱਚ ਧਾਰਨ ਕਰ ਲਵੇਗਾ, ਜਦੋਂ ਸੱਚ ਨੂੰ ਵੇਖ ਲਏਗਾ। ਸਾਚ ਨਾਮ ਹਿਰਦੇ ਰਵੈ ਸਰੀਰ। ਸਤਿਗੁਰੂ ਕਹਿੰਦੇ ਜਦੋਂ ਸੱਚਾ ਨਾਮ ਹਿਰਦੇ ਵਿੱਚ ਰਵ ਜਾਂਦਾ ਹੈ, ਹਿਰਦੇ ਵਿੱਚ ਵਸ ਜਾਂਦਾ ਹੈ, ਤਦੋਂ ਬੰਦੇ ਦਾ ਇਹ ਮੋਹ ਛੁੱਟ ਜਾਂਦਾ ਹੈ, ਮਾਇਆ ਦਾ। ਜਦੋਂ ਸੱਚ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਤਦੋਂ ਭਰਮ ਅੰਦਰੋਂ ਦੂਰ ਹੋ ਜਾਂਦਾ ਹੈ। ਮਾਇਆ ਦਾ ਭਰਮ, ਮਾਇਆ ਦੀ ਭਟਕਣਾ ਇਹ ਦੂਰ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਛੱਡ ਇਸ ਨੂੰ, ਮੋਹ ਨੂੰ ਤਿਆਗ, ਕਿਉਂਕਿ ਇਸ ਮੋਹ ਨੇ ਹੀ ਉਲਝਾਇਆ ਹੋਇਆ।
ਇਹਨਾਂ ਚੀਜ਼ਾਂ ਨੇ ਹੀ ਉਲਝਾਇਆ ਹੋਇਆ, ਇਹਨਾਂ ਨੂੰ ਤਿਆਗ। ਸਤਿਗੁਰੂ ਸਮਝਾਉਂਦੇ, ਮੋਹ ਕੁਟੰਬ ਮੋਹ ਸਭ ਕਾਰ। ਮੋਹ ਕੁਟੰਬ, ਕੁਟੰਬ ਮਤਲਬ ਪਰਿਵਾਰ, ਪਰਿਵਾਰ ਦਾ ਮੋਹ, ਕਿਉਂਕਿ ਸਭ ਤੋਂ ਪਹਿਲਾਂ ਮੋਹ ਬੰਦੇ ਨੂੰ ਪਰਿਵਾਰ ਦਾ ਹੁੰਦਾ ਹੈ, ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਚੀਜ਼ਾਂ ਦਾ, ਘਰ ਦਾ, ਜ਼ਮੀਨ ਦਾ, ਪੈਸੇ ਦਾ, ਉਸ ਤੋਂ ਬਾਅਦ। ਸਤਿਗੁਰੂ ਕਹਿੰਦੇ ਇਹ ਪਰਿਵਾਰ ਜਿਹੜਾ ਹੈ ਨਾ, ਇਹਦੇ ਮੋਹ ਵਿੱਚ ਬੰਦਾ ਪਿਆ ਹੋਇਆ, ਤੇ ਮੋਹ ਹੀ ਹੈ। ਮੋਹ ਕੁਟੰਬ ਮੋਹ ਸਭ ਕਾਰ, ਤੇ ਮੋਹ ਦੀ ਹੀ ਸਾਰੀ ਕਾਰ ਹੈ। ਜਿਹੜਾ ਮੋਹ ਵਿੱਚ ਪਿਆ ਹੋਇਆ ਬੰਦਾ ਹੈ, ਉਹਦਾ ਜੀਵਨ ਦਾ ਹਰ ਕਾਰਜ, ਹਰ ਕਰਮ ਉਹ ਮੋਹ ਦੇ ਮੁਤਾਬਕ ਹੀ ਹੈ। ਇਸ ਲਈ ਉਹ ਕੁਝ ਵੀ ਕਰੇਗਾ, ਉਹ ਆਪਣੇ ਮੋਹ ਨੂੰ ਮੁੱਖ ਰੱਖ ਕੇ ਕਰੇਗਾ। ਕਿਸੇ ਨੂੰ ਪੁੱਛੋ ਕਿ ਭਾਈ ਤੁਸੀਂ ਕੰਮ ਧੰਦਾ ਕਿਉਂ ਕਰ ਰਹੇ, ਉਹ ਕਹਿੰਦੇ ਜੀ ਬੱਚਿਆਂ ਲਈ, ਪਰਿਵਾਰ ਲਈ। ਇੱਥੋਂ ਤੱਕ ਕਿ ਕੋਈ ਬੰਦਾ ਰਿਸ਼ਵਤਖੋਰੀ ਕਰਦਾ ਹੋਵੇ, ਮਾੜਾ ਕੰਮ ਕਰਦਾ, ਬੇਈਮਾਨੀ ਕਰਦਾ, ਉਹਨੂੰ ਪੁੱਛੋ ਕਿਉਂ ਕਰਦਾ, ਉਹ ਵੀ ਇਹੀ ਜਵਾਬ ਦਿੰਦਾ ਕਿ ਔਲਾਦ ਲਈ, ਪਰਿਵਾਰ ਲਈ। ਮੋਹ ਬੰਦੇ ਦੇ ਕੋਲੋਂ ਬੜਾ ਕੁਝ ਕਰਾਉਂਦਾ ਜੇ। ਮੋਹ ਬੇਈਮਾਨੀ ਵੀ ਕਰਵਾਉਂਦਾ ਹੈ। ਮੋਹ ਵਿੱਚ ਬੰਦਾ ਲਾਲਚੀ ਹੋ ਜਾਂਦਾ ਹੈ, ਮੋਹ ਵਿੱਚ ਲੋਭੀ ਹੋ ਜਾਂਦਾ ਹੈ, ਮੋਹ ਦੇ ਵਿੱਚ ਉਹ ਬੜਾ ਗਿਰ ਜਾਂਦਾ ਹੈ। ਮੋਹ ਦੇ ਵਿੱਚ ਕਿਉਂਕਿ ਆਪਣੇ ਬੱਚਿਆਂ ਦੇ ਲਈ ਮੋਹ ਹੈ, ਤੇ ਉਸ ਮੋਹ ਦੀ ਵਜ੍ਹਾ ਕਰਕੇ ਉਸ ਨੂੰ ਤੁਸੀਂ ਬਹੁਤ ਵਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਲਈ ਮਿੰਨਤਾਂ ਤਰਲੇ ਕਰਦੇ ਵੀ ਦੇਖੋਗੇ। ਸਤਿਗੁਰੂ ਕਹਿੰਦੇ ਮੋਹ ਦੀ ਕਾਰ ਹੈ ਸਭ, ਮੋਹ ਦੀ ਕਾਰ ਹੈ। ਮੋਹ ਕੁਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਸਤਿਗੁਰੂ ਕਹਿੰਦੇ ਭਾਈ ਮੋਹ ਨੂੰ ਤੁਸੀਂ ਛੱਡੋ, ਕਿਉਂਕਿ ਇਹੀ ਸਾਰੇ ਵਿਕਾਰਾਂ ਨੂੰ ਪੈਦਾ ਕਰਦਾ ਹੈ। ਇਹੀ ਸਭ ਵਿਕਾਰਾਂ ਨੂੰ ਪੈਦਾ ਕਰਦਾ ਹੈ। ਅਸੀਂ ਲੋਕ ਅਕਸਰ ਕਹਿੰਦੇ ਰਹਿੰਦੇ ਕਾਮ ਕ੍ਰੋਧ ਬਹੁਤ ਬੁਰੇ ਨੇ ਜੀ, ਕਾਮ ਵਾਸਨਾ, ਕ੍ਰੋਧ ਦੀ ਵਾਸਨਾ ਬੜੀ ਬੁਰੀ ਹੈ, ਪਰ ਮੋਹ ਦੇ ਉੱਤੇ ਬਹੁਤੀ ਚਰਚਾ ਨਹੀਂ ਅਸੀਂ ਲੋਕਾਂ ਨੇ ਕਦੇ ਕੀਤੀ। ਮੋਹ ਦੇ ਉੱਤੇ ਬਹੁਤੀ ਗੱਲ ਨਹੀਂ, ਕਿਉਂਕਿ ਮੋਹ ਨੂੰ ਅਸੀਂ ਬਹੁਤਾ ਸਮਝਿਆ ਨਹੀਂ। ਅਸੀਂ ਕਿਹਾ ਜੀ ਕਿੱਡਾ ਕਹਿ ਕਿਤੇ, ਪਰ ਇਹ ਕਾਮ ਤੇ ਕ੍ਰੋਧ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਹ ਬੜਾ ਭਿਆਨਕ ਹੈ। ਜਿਸ ਦੇ ਹੁਣ ਕਾਮ ਕ੍ਰੋਧ ਉਹ ਕਿਸੇ ਕਿਸੇ ਬੰਦੇ ਦੇ ਉੱਤੇ ਕਦੇ ਕਦੇ ਹਾਵੀ ਹੁੰਦਾ, ਪਰ ਮੋਹ ਤਾਂ ਹਰ ਵੇਲੇ ਰਹਿੰਦਾ ਹੈ। ਮੋਹ ਹਰ ਵੇਲੇ, ਕ੍ਰੋਧ ਹਰ ਬੰਦਾ ਹਰ ਵੇਲੇ ਕ੍ਰੋਧੀ ਨਹੀਂ ਰਹਿੰਦਾ। ਤੁਸੀਂ ਆਪਣੇ ਆਪ ਨੂੰ ਦੇਖੋ ਕਿ ਸਾਨੂੰ ਹਰ ਵੇਲੇ ਗੁੱਸਾ ਰਹਿੰਦਾ? ਨਹੀਂ। ਕਦੇ ਕਦਾਈ ਕੋਈ ਗੱਲ ਨਾ ਚੰਗੀ ਲੱਗੇ, ਕੋਈ ਚੀਜ਼ ਨਾ ਮਿਲੇ ਕਿਸੇ ਗੱਲ ਕਰਕੇ, ਪਰ ਉਹ ਵੀ ਗੁੱਸਾ ਕਿੰਨੀ ਕੁ ਦੇਰ, 2-4 ਮਿੰਟ, ਥੋੜਾ ਕੁ ਦੇਰ ਬਸ ਗੁੱਸੇ, ਫਿਰ ਸ਼ਾਂਤ ਹੋ ਗਏ। ਪਰ ਮੋਹ ਇਹ ਤਾਂ ਹਮੇਸ਼ਾ ਹੀ ਰਹਿੰਦਾ ਸਾਡੇ ਮਨ ਤੇ। ਇਹ ਤਾਂ ਹਮੇਸ਼ਾ ਸਾਨੂੰ ਪਤਾ ਵੀ ਨਹੀਂ ਚੱਲਦਾ। ਅਸੀਂ ਲੋਕ ਮੋਹ ਦੇ ਵਿੱਚ ਹੀ ਉੱਠਦੇ ਹਾਂ, ਮੋਹ ਵਿੱਚ ਹੀ ਬੈਠਦੇ ਹਾਂ, ਮੋਹ ਵਿੱਚ ਹੀ ਜਾਗਦੇ ਹਾਂ, ਮੋਹ ਵਿੱਚ ਹੀ ਸੌਂਦੇ ਹਾਂ। ਸੁਪਨੇ ਵੀ ਸਾਨੂੰ ਆਪਣੇ ਪਰਿਵਾਰ ਦੇ, ਆਪਣੇ ਧੀਆਂ ਪੁੱਤਾਂ ਦੇ, ਚੀਜ਼ਾਂ ਦੇ, ਦੌਲਤ ਦੇ, ਮਾਇਆ ਦੇ ਹੀ ਆਉਂਦੇ ਨੇ। ਇਸ ਲਈ ਸੁਪਨੇ ਵੀ ਮੋਹ ਦੇ ਨੇ ਸਾਡੇ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮੋਹ ਨੂੰ ਛੱਡੋ, ਇਹ ਵਿਕਾਰਾਂ ਨੂੰ ਪੈਦਾ ਕਰਦਾ ਹੈ। ਇਹ ਬੰਦੇ ਦੇ ਅੰਦਰੋਂ ਵਿਕਾਰ ਨੂੰ ਪੈਦਾ ਕਰਦਾ ਹੈ।
ਮੋਹ ਤੁਮ ਤਜੋ ਸਗਲ ਬੇਕਾਰ। ਸਤਿਗੁਰੂ ਕਹਿੰਦੇ ਬੇਕਾਰ ਹੈ ਤੇ ਵਾਸਨਾ ਨੂੰ ਉਪਜਾਏਗਾ, ਵਾਸਨਾ ਨੂੰ ਪੈਦਾ ਕਰੇਗਾ। ਇਸ ਲਈ ਮੋਹ ਦੇ ਵਿੱਚ ਬੰਦਾ ਪਾਪ ਵੀ ਕਰ ਬੈਂਦਾ ਹੈ। ਮੋਹ ਦੇ ਵਿੱਚ, ਇਸ ਲਈ ਮੋਹ ਅਰ ਭਰਮ ਤਜੋ ਤੁਮ ਵੀਰ। ਹੇ ਵੀਰ, ਮੋਹ ਅਤੇ ਭਰਮ ਨੂੰ ਛੱਡੋ, ਸਾਚ ਨਾਮ ਹਿਰਦੇ ਰਵੈ ਸਰੀਰ। ਉਸ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਵੋ। ਜਦੋਂ ਉਹ ਹਿਰਦੇ ਵਿੱਚ ਰਵ ਜਾਂਦਾ ਹੈ, ਜਦੋਂ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਤਾਂ ਇਹ ਮਾਇਆ ਦਾ ਮੋਹ ਬਿਨਸ ਜਾਂਦਾ ਹੈ। ਸੱਚ ਤੋਂ ਜਦੋਂ ਤੱਕ ਅਸੀਂ ਜਾਣੂ ਨਹੀਂ ਹੁੰਦੇ, ਉਦੋਂ ਤੱਕ ਸਾਡੇ ਮਨ ਦਾ ਭਰਮ, ਉਦੋਂ ਤੱਕ ਸਾਡੇ ਮਨ ਦਾ ਮੋਹ ਨਹੀਂ ਜਾਵੇਗਾ। ਇਹ ਤਦੋਂ ਹੀ ਜਾਂਦਾ ਜਦੋਂ ਸੱਚ ਸਾਨੂੰ ਨਜ਼ਰੀ ਆਉਂਦਾ ਹੈ, ਜਦੋਂ ਗਿਆਨ ਹੁੰਦਾ ਹੈ, ਜਦੋਂ ਅਸੀਂ ਜਾਣ ਲੈਂਦੇ ਹਾਂ। ਖਿਆਲ ਰੱਖਣਾ, ਇੱਕ ਹੋਰ ਵੱਡਾ ਮੋਹ ਹੈ ਬੰਦੇ ਦਾ, ਸਭ ਤੋਂ ਵੱਡਾ ਮੋਹ ਆਪਣੇ ਆਪ ਦੇ ਨਾਲ, ਸਰੀਰ ਨਾਲ। ਸਰੀਰ ਨਾਲ ਬੰਦਾ ਦੂਸਰੇ ਨੂੰ ਦੁੱਖ ਮਿਲੇ ਤਾਂ ਬਰਦਾਸ਼ਤ ਕਰ ਲੈਂਦਾ ਹੈ, ਦੂਸਰੇ ਦਾ ਦੁੱਖ ਮਿਲੇ ਕਿ ਆਪਣਾ ਕੋਈ ਇਸ ਦੁਨੀਆ ਤੋਂ ਚਲਾ ਗਿਆ, ਉਹਨੂੰ ਵੀ ਬੰਦਾ ਸਹਿ ਲੈਂਦਾ ਹੈ, ਬਰਦਾਸ਼ਤ ਕਰ ਲੈਂਦਾ ਹੈ। ਕਿ ਕੀ ਕਰ ਸਕਦੇ ਹਾਂ ਜੀ, ਰੱਬ ਦਾ ਭਾਣਾ ਹੈ, ਮੰਨਣਾ ਹੀ ਪੈਣਾ ਹੈ। ਰੋ ਲਵਾਂਗੇ ਥੋੜੇ ਦਿਨ, ਚੇਤੇ ਜਦੋਂ ਆਵੇਗਾ ਉਦੋਂ ਰੋ ਲਿਆ ਕਰਾਂਗੇ, ਪਰ ਜਿਉਣਾ ਹੀ ਪੈਣਾ ਹੈ। ਮਰਿਆ ਤਾਂ ਜਾ ਨਹੀਂ ਸਕਦਾ ਨਾਲ, ਬੇਸ਼ੱਕ ਜਿੰਨਾ ਮਰਜ਼ੀ ਮੋਹ ਸੀ, ਪਰ ਜਦੋਂ ਆਪਣੀ ਗੱਲ ਆਉਂਦੀ ਹੈ ਕਿ ਮੈਂ ਮਰਾਂਗਾ, ਬੰਦਾ ਮੌਤ ਦਾ ਖਿਆਲ ਵੀ ਨਹੀਂ ਲਿਆਉਂਦਾ ਆਪਣੇ ਮਨ ਵਿੱਚ, ਆਪਣੀ ਮੌਤ ਦਾ। ਦੂਸਰੇ ਦੀ ਮੌਤ ਦਾ ਕਦੇ ਇੱਕ ਵਾਰ ਆ ਵੀ ਜਾਂਦਾ ਹੈ। ਕਈ ਵਾਰੀ ਬੈਠੇ ਬੈਠੇ ਅਚਾਨਕ ਆਪਣੇ ਕਿਸੇ ਬੰਦੇ ਦੀ, ਹਲੇ ਉਹ ਤੁਰਿਆ ਫਿਰਦਾ ਚੰਗਾ ਭਲਾ ਹੈ, ਪਰ ਕਈ ਵਾਰੀ ਖਿਆਲ ਆ ਜਾਂਦਾ ਕਿ ਉਹ ਚਲਾ ਗਿਆ। ਕਈ ਮਨ ਵਿੱਚ ਕਈ ਤਰ੍ਹਾਂ ਦੇ ਫੁਰਨ ਲੱਗ ਜਾਂਦੇ, ਪਰ ਆਪਣੀ ਮੌਤ ਦਾ ਖਿਆਲ ਨਹੀਂ ਆਉਂਦਾ। ਕਿਉਂਕਿ ਅਸੀਂ ਸਰੀਰ ਦੇ ਮੋਹ ਵਿੱਚ ਬਹੁਤ ਜ਼ਿਆਦਾ ਗਹਿਰੇ ਡਿੱਗੇ ਹੋਏ ਹਾਂ। ਤੇ ਜਦੋਂ ਹੀ ਕਿਸੇ ਬੰਦੇ ਨੂੰ ਆਪਣੇ ਸਰੀਰ ਦੀ ਮੌਤ ਦਾ ਖਿਆਲ ਆਉਂਦਾ ਹੈ, ਤਾਂ ਉਹ ਬਾਵਰਾ ਜਿਹਾ ਹੋ ਜਾਂਦਾ ਹੈ, ਉਹ ਚਾਹੁੰਦਾ ਨਹੀਂ ਮਰਨਾ। ਇਸ ਲਈ ਡਾਕਟਰ ਕਹਿੰਦੇ ਨੇ, ਵਿਗਿਆਨਕ ਕਹਿੰਦੇ ਨੇ ਕਿ ਜਿਹੜੀ ਚੀਜ਼ ਬੰਦੇ ਤੋਂ ਬਰਦਾਸ਼ਤ ਨਾ ਹੋਵੇ, ਬੰਦਾ ਜਿਹਨੂੰ ਬਰਦਾਸ਼ਤ ਨਾ ਕਰ ਸਕੇ, ਜਦੋਂ ਬਰਦਾਸ਼ਤ ਦੀ ਸੀਮਾ ਬੰਦੇ ਦੀ ਖਤਮ ਹੋ ਜਾਂਦੀ ਨਾ, ਤਾਂ ਬੰਦਾ ਬੇਹੋਸ਼ ਹੁੰਦਾ ਹੈ। ਤੁਹਾਨੂੰ ਜਿੰਨਾ ਮਰਜ਼ੀ ਦਰਦ ਹੋਵੇ, ਕਿਸੇ ਸੱਟ ਚੋਟ ਦਾ, ਕਿਸੇ ਗੱਲ ਦਾ, ਤੁਹਾਡੀ ਬਰਦਾਸ਼ਤ ਸੀਮਾ ਦੇ ਉੱਪਰ ਨਿਰਭਰ ਕਰਦਾ ਹੈ। ਜਦੋਂ ਤੁਹਾਡੇ ਬਰਦਾਸ਼ਤ ਤੋਂ ਬਾਹਰ ਹੋ ਗਿਆ, ਤੁਸੀਂ ਬੇਹੋਸ਼ ਹੋ ਜਾਵੋਗੇ। ਕੋਈ ਵੀ ਸਰੀਰ ਵਿੱਚ ਸੱਟ ਚੋਟ ਵੱਜੀ, ਕਿਸੇ ਦੀ ਮੌਤ ਦਾ ਸਦਮਾ ਲੱਗਿਆ, ਕਿੰਨਾ ਕੁ ਗਹਿਰਾ ਸਦਮਾ ਲੱਗਿਆ, ਬਹੁਤ ਜ਼ਿਆਦਾ ਸਦਮਾ ਲੱਗਿਆ, ਬੰਦਾ ਬੇਹੋਸ਼ ਹੋ ਗਿਆ, ਕਿਉਂਕਿ ਉਹ ਸਹਿ ਨਹੀਂ ਸਕਿਆ। ਥੋੜੀ ਦੇਰ ਬਾਅਦ ਹੋਸ਼ ਵਿੱਚ ਆਇਆ, ਫਿਰ ਉਸ ਨੂੰ ਉਹਦਾ ਚੇਤਾ ਆਇਆ, ਉਹ ਫਿਰ ਡਿੱਗ ਪਿਆ। ਕਈ ਵਾਰੀ ਤੁਸੀਂ ਐਸਾ ਦੇਖਿਆ ਹੋਵੇਗਾ। ਗਹਿਰਾ ਸਦਮਾ, ਜਿਹੜਾ ਬਰਦਾਸ਼ਤ ਤੋਂ ਬਾਹਰ, ਜਿਹੜੀ ਚੀਜ਼ ਬਰਦਾਸ਼ਤ ਤੋਂ ਬਾਹਰ ਹੋਵੇ, ਬੰਦਾ ਬੇਹੋਸ਼ ਹੋ ਜਾਂਦਾ ਹੈ। ਜਦੋਂ ਤੱਕ ਬੰਦਾ ਕਹਿੰਦਾ ਰਹਿੰਦਾ ਕਿ ਮੇਰੇ ਤੋਂ ਸਹਿ ਨਹੀਂ ਹੁੰਦਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਹਾਲੇ ਉਹ ਬਰਦਾਸ਼ਤ ਕਰ ਸਕਦਾ ਹੈ, ਕਿਉਂਕਿ ਉਹ ਕਹਿ ਰਿਹਾ ਹੈ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਜਦੋਂ ਉਹ ਕਹਿਣ ਜੋਗਾ ਨਾ ਰਿਹਾ ਨਾ, ਉਹਨੇ ਬੇਹੋਸ਼ ਹੋ ਜਾਣਾ, ਕਿਉਂਕਿ ਬਰਦਾਸ਼ਤ ਦੀ ਸੀਮਾ
ਉਹ ਬਹੁਤੀ ਦੂਰ ਦੀ ਨਹੀਂ ਹੁੰਦੀ। ਮੋਹ ਦੇ ਵਿੱਚ ਐਸਾ ਹੀ ਹੈ। ਜਦੋਂ ਬੰਦਾ ਸਰੀਰ ਦੇ ਮੋਹ ਦੇ ਵਿੱਚ ਹੁੰਦਾ ਤਾਂ ਇਸ ਨੂੰ ਜਦੋਂ ਸੱਟ ਚੋਟ ਵੱਜਦੀ ਹੈ, ਜਦੋਂ ਬੰਦੇ ਨੂੰ ਲੱਗਦਾ ਹੈ ਕਿ ਮੈਂ ਮਰ ਜਾਵਾਂਗਾ, ਤਦੋਂ ਹੀ ਬੇਹੋਸ਼ ਹੋ ਜਾਂਦਾ ਹੈ। ਜਦੋਂ ਸਹਿਣ ਤੋਂ ਬਾਹਰ ਹੋ ਜਾਂਦਾ ਹੈ ਸਰੀਰ ਦਾ ਮੋਹ। ਇਸ ਲਈ ਆਪਣੀ ਮੌਤ ਦੀ ਗੱਲ ਸੁਣ ਕੇ ਲੋਕ ਅਕਸਰ ਹੀ ਬੇਹੋਸ਼ ਹੋ ਜਾਂਦੇ ਨੇ, ਚੱਕਰ ਆ ਜਾਂਦੇ ਨੇ। ਸਰੀਰ ਦਾ ਮੋਹ ਬਹੁਤ ਗਹਿਰਾ ਹੈ। ਸਤਿਗੁਰੂ ਕਹਿੰਦੇ ਜਦੋਂ ਬੰਦੇ ਨੂੰ ਗਿਆਨ ਹੁੰਦਾ ਹੈ, ਸੱਚ ਦੀ ਸੋਝੀ ਆਉਂਦੀ ਹੈ, ਤਦੋਂ ਉਹਦੇ ਮਨ ਦੇ ਮੋਹ, ਮਾਇਆ ਦੇ ਭਰਮ ਸਾਰੇ ਦੂਰ ਹੋ ਜਾਂਦੇ ਨੇ ਤੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਤਦੋਂ ਸਤਿਗੁਰੂ ਕਹਿੰਦੇ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਸਰੀਰ ਮਰੇਗਾ, ਮੈਂ ਨਹੀਂ ਮਰਾਂਗਾ। ਸਰੀਰ ਵਿਨਸੇਗਾ, ਟੁੱਟੇਗਾ, ਭੱਜੇਗਾ, ਪਰ ਮੈਂ ਨਹੀਂ, ਕਿਉਂਕਿ ਸਰੀਰ ਤੇ ਮਰਨ ਨਾਲ ਮੇਰਾ ਕੋਈ ਸੰਬੰਧ ਨਹੀਂ। ਇਸ ਲਈ ਸੱਚ ਨਾਮ ਹਿਰਦੇ ਰਵੈ ਸਰੀਰ ਰਹਾਉ। ਸੱਚ ਨਾਮ ਜਾਂ ਨਵਨਿਧ ਪਾਈ। ਜਦੋਂ ਸੱਚਾ ਨਾਮ ਵਾਹਿਗੁਰੂ ਦਾ ਮਿਲ ਜਾਂਦਾ ਹੈ ਤਾਂ ਬੰਦੇ ਨੂੰ ਸਭ ਨਵਨਿਧੀਆਂ ਪ੍ਰਾਪਤ ਹੋ ਜਾਂਦੀਆਂ, ਸਭ ਰਿੱਧੀਆਂ ਸਿੱਧੀਆਂ, ਸਭ ਦੌਲਤਾਂ, ਸਭ ਕੁਝ ਮਿਲ ਜਾਂਦਾ ਹੈ ਜਦੋਂ ਵਾਹਿਗੁਰੂ ਦਾ ਨਾਮ ਮਿਲ ਗਿਆ। ਤੁਸੀਂ ਫਕੀਰਾਂ ਨੂੰ, ਸਾਧੂਆਂ ਨੂੰ, ਭਗਤਾਂ ਨੂੰ, ਗੁਰਸਿੱਖਾਂ ਨੂੰ ਅਕਸਰ ਮਾਇਆ ਨੂੰ ਠੋਕਰ ਮਾਰਦੇ ਦੇਖੋਗੇ। ਉਹ ਗਰੀਬੀ ਵਿੱਚ ਜੀਵਨ ਕੱਟਣਾ ਪਸੰਦ ਕਰਦਾ, ਪਰ ਉਹ ਦੌਲਤ ਦਾ ਲੋਭ ਨਹੀਂ ਕਰਦਾ। ਉਹ ਠੋਕਰ ਮਾਰ ਦਿੰਦਾ। ਬੜੇ ਲਾਲਚ ਦਿੱਤੇ ਜਾਂਦੇ ਨੇ। ਆਪਾਂ ਵਿਚਾਰਿਆ ਬਹੁਤ ਵਾਰੀ ਕਿ ਗੁਰੂ ਦੇ ਪੁੱਤਰਾਂ ਨੂੰ ਬੜੇ ਲਾਲਚ ਦਿੱਤੇ ਗਏ, ਗੁਰੂ ਕੇ ਸਿੱਖਾਂ ਨੂੰ ਬੜੇ ਲਾਲਚ ਦਿੱਤੇ ਗਏ ਕਿ ਤੁਸੀਂ ਛੱਡ ਦਿਓ, ਜਿਸ ਰਾਹ ਤੇ ਜਾ ਰਹੇ ਹੋ ਤੁਹਾਨੂੰ ਬੜੀ ਦੌਲਤ ਮਿਲੇਗੀ, ਬੜਾ ਪੈਸਾ ਮਿਲੇਗਾ, ਸੁੱਖ ਸਹੂਲਤਾਂ ਮਿਲਣਗੀਆਂ, ਜਗੀਰਾਂ ਮਿਲਣਗੀਆਂ, ਵੱਡੇ ਅਹੁਦੇ ਦਿੱਤੇ ਜਾਣਗੇ। ਪਰ ਉਹਨਾਂ ਨੇ ਮਾਇਆ ਨੂੰ ਠੋਕਰ ਮਾਰ ਦਿੱਤੀ। ਮਾਇਆ ਨੂੰ ਨਹੀਂ ਚੁਣਿਆ, ਉਹਨਾਂ ਨੇ ਧਰਮ ਨੂੰ ਚੁਣਿਆ, ਪਰਮੇਸ਼ਰ ਨੂੰ ਚੁਣਿਆ, ਕਿਉਂਕਿ ਉਹਨਾਂ ਕੋਲ ਉਹ ਦੌਲਤ ਹੈ, ਉਹ ਖਜ਼ਾਨਾ ਹੈ ਜਿਹਦੇ ਸਾਹਮਣੇ ਇਹ ਦੌਲਤ ਕਿਸੇ ਕੰਮ ਦੀ ਨਹੀਂ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਉਹਨਾਂ ਨੂੰ ਸੱਚੇ ਨਾਮ ਦੀ ਦੌਲਤ ਮਿਲ ਗਈ। ਸੱਚੇ ਨਾਮ ਦੀ। ਸਾਚ ਨਾਮ ਜਾਂ ਨਵਨਿਧ ਪਾਈ, ਰੋਵੈ ਪੂਤ ਨ ਕਲਪੈ ਮਾਈ। ਸਤਿਗੁਰੂ ਕਹਿੰਦੇ ਮਾਇਆ ਐਸੀ ਹੈ, ਇਹ ਮਨ ਜਿਹੜਾ ਹੈ ਨਾ, ਇਹ ਮਨ ਪੁੱਤਰ ਹੈ ਤੇ ਮਾਇਆ ਇਹ ਮਾਂ ਹੈ। ਪਰ ਇਹ ਐਸੀ ਮਾਂ ਹੈ ਕਿ ਮਨ ਤੜਫਦਾ ਰਹਿੰਦਾ, ਮਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਤੁਸੀਂ ਜੇ ਕਦੇ ਕੋਈ ਐਸੀ ਔਰਤ ਦੇਖੀ ਹੋਵੇ ਕਿ ਉਹਦਾ ਪੁੱਤ ਪਿਆ, ਉਹਦਾ ਧੀ ਪੁੱਤ, ਉਹਦਾ ਬੱਚਾ ਛੋਟਾ ਜਿਹਾ, ਉਹ ਤੜਫ ਰਿਹਾ, ਉਹ ਰੋ ਰਿਹਾ, ਕੁਰਲਾ ਰਿਹਾ, ਰੋ ਰੋ ਕੇ ਉਹਦਾ ਬੁਰਾ ਹਾਲ ਹੋ ਗਿਆ, ਪਰ ਮਾਂ ਕੋਲ ਬੈਠੀ ਉਹ ਧਿਆਨ ਨਹੀਂ ਦਿੰਦੀ। ਉਹ ਕਹਿੰਦੀ ਰੋਈ ਜਾਵੇ, ਕੋਈ ਗੱਲ ਨਹੀਂ। ਉਹ ਕਹਿੰਦੀ ਇਹਦਾ ਤਾਂ ਨਿੱਤ ਦਾ ਹੀ ਕੰਮ ਹੈ, ਇਹ ਤਾਂ ਸਾਰਾ ਦਿਨ ਰੋਂਦਾ ਹੀ ਰਹਿੰਦਾ, ਮੈਂ ਕੀ ਕਰਾਂ ਹੁਣ। ਐਸੀ ਕੋਈ ਮਾਂ ਹੁੰਦੀ ਜਿਹੜੀ ਇਸ ਤਰ੍ਹਾਂ ਕਰਦੀ। ਮਾਇਆ ਐਸੀ ਮਾਂ ਹੈ ਕਿ ਮਨ ਤੜਫਦਾ ਰਹਿੰਦਾ ਪੈਸੇ ਲਈ, ਮਨ ਤੜਫਦਾ ਰਹਿੰਦਾ ਚੀਜ਼ਾਂ ਲਈ, ਮਨ ਤੜਫਦਾ ਰਹਿੰਦਾ ਦੌਲਤ ਲਈ, ਮਨ ਤੜਫਦਾ ਰਹਿੰਦਾ ਹੈ ਸੰਸਾਰ ਦੀਆਂ ਵਸਤੂਆਂ ਲਈ, ਪਰ ਮਾਇਆ ਇਹ ਪਰਵਾਹ ਨਹੀਂ ਕਰਦੀ। ਇਹ ਕਹਿੰਦੀ ਕਲਪਦਾ ਤੇ ਕਲਪੀ ਜਾਵੇ, ਮੈਂ ਕੀ ਕਰਾਂ। ਰੋਵੈ ਪੂਤ ਨਾ ਕਲਪੈ ਮਾਈ। ਮਾਈ ਨੂੰ, ਮਾਇਆ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਦੇ ਮਨ ਤੇ ਕੋਈ ਅਸਰ ਨਹੀਂ ਹੁੰਦਾ, ਮਾਇਆ ਦੇ ਉੱਤੇ ਕੋਈ ਅਸਰ ਨਹੀਂ। ਉਹ ਬੜੀ ਪੱਥਰ ਹੈ, ਉਹ ਬੜੀ ਪੱਥਰ, ਉਹਨੂੰ ਜਰਾ ਵੀ ਦਇਆ ਨਹੀਂ ਆਉਂਦੀ ਕਿ ਇਹ ਮੇਰੀ ਖਾਤਰ ਇੰਨੀ ਭੱਜ ਦੌੜ ਕਰਦਾ ਹੈ,
ਇਹ ਮੇਰੀ ਖਾਤਰ ਇੰਨੇ ਕਦਮ ਵਧਾ ਕੇ ਆਇਆ ਤਾਂ ਮੈਂ ਇੱਕ ਕਦਮ ਇਹਦੇ ਵੱਲ ਨੂੰ ਵੱਧ ਜਾ ਨਾ। ਸਤਿਗੁਰੂ ਕਹਿੰਦੇ ਮਾਇਆ ਨਹੀਂ ਵੱਧਦੀ ਕਦੇ ਬੰਦੇ ਵੱਲ ਨੂੰ, ਬੰਦਾ ਹੀ ਮਾਇਆ ਵੱਲ ਨੂੰ ਜਾਂਦਾ ਜਦੋਂ ਜਾਂਦਾ। ਜ਼ਮੀਨ ਉਹ ਕਦੇ ਕਿਸੇ ਬੰਦੇ ਵਾਸਤੇ ਨਹੀਂ ਲੜਦੀ, ਪਰ ਬੰਦਾ ਜ਼ਮੀਨਾਂ ਦੀ ਖਾਤਰ ਅਕਸਰ ਲੜਦਾ ਦੇਖਿਆ ਗਿਆ। ਉਹਦੀ ਖਾਤਰ ਕਲਪਦਾ ਦੇਖਿਆ ਗਿਆ, ਮਰਦਾ ਤੇ ਮਾਰਦਾ ਦੇਖਿਆ ਗਿਆ, ਪੈਸੇ ਦੀ ਖਾਤਰ, ਨੌਕਰੀਆਂ ਦੀ ਖਾਤਰ, ਰੁਤਬਿਆਂ ਦੀ ਖਾਤਰ। ਪਰ ਮਾਇਆ ਨਹੀਂ ਕਦੇ ਖਪਦੀ ਕਿਸੇ ਬੰਦੇ ਲਈ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਖਾਤਰ ਖਪਣ ਵਾਲੇ ਬਥੇਰੇ ਨੇ ਇੱਥੇ। ਉਹ ਨਹੀਂ ਕਦੇ ਕਿਸੇ ਲਈ ਖਪਦੀ। ਏਤ ਮੋਹ ਡੂਬਾ ਸੰਸਾਰ, ਇਸ ਮੋਹ ਦੇ ਵਿੱਚ, ਮਾਇਆ ਦੇ ਮੋਹ ਵਿੱਚ ਸਾਰਾ ਸੰਸਾਰ ਡੁੱਬਿਆ ਹੋਇਆ। ਏਤ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਕੋਈ ਗੁਰਮੁਖ ਪਾਰ ਲੰਘਦਾ, ਸਭ ਨਹੀਂ ਪਾਰ ਲੰਘਦੇ, ਸਭ ਨਹੀਂ। ਪਤਾ ਸਭ ਨੂੰ ਹੈ ਕਿ ਇਹ ਮਾਇਆ ਡੁਬੋ ਦੇਗੀ, ਪਰ ਸਮਝਦਾ ਕੋਈ ਕੋਈ ਹੈ। ਸਤਿਗੁਰੂ ਕਹਿੰਦੇ ਗੁਰਮੁਖ ਕੋਈ ਉਤਰੈ ਪਾਰ, ਕੋਈ ਗੁਰਮੁਖ ਪਾਰ ਉਤਰਦਾ, ਪਾਰ ਲੰਘਦਾ। ਸਤਿਗੁਰੂ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਜਿਸ ਨੇ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾ ਲਿਆ। ਸੱਪ ਜਿਹੜਾ ਹੈ ਉਹਦੇ ਦੰਦ ਨਹੀਂ ਹੁੰਦੇ, ਜਿਹੜੇ ਦੰਦ ਹੁੰਦੇ ਨੇ ਉਹ ਡੰਗ ਮਾਰਨ ਲਈ ਹੁੰਦੇ ਨੇ, ਖਾਣ ਲਈ ਨਹੀਂ। ਸੱਪ ਖਾ ਨਹੀਂ ਸਕਦਾ, ਉਹ ਨਿਗਲਦਾ, ਉਹ ਚੂਹਿਆਂ ਨੂੰ ਨਿਗਲ ਜਾਂਦਾ, ਡੱਡੂਆਂ ਨੂੰ ਨਿਗਲ ਜਾਂਦਾ, ਹੋਰ ਚੀਜ਼ਾਂ ਜੋ ਵੀ ਉਹਦੇ ਖਾਣ ਲਾਇਕ ਹੁੰਦੀਆਂ ਉਹਨਾਂ ਨੂੰ ਨਿਗਲ ਜਾਂਦਾ। ਸੱਪ ਕਦੇ ਦੁੱਧ ਨਹੀਂ ਪੀਂਦਾ, ਉਹ ਚੀਜ਼ਾਂ ਨੂੰ ਨਿਗਲਦਾ, ਸਿੱਧਾ ਸਾਬਤ ਹੀ ਆਪਣੇ ਅੰਦਰ ਲੈ ਜਾਂਦਾ। ਇਸ ਲਈ ਸਤਿਗੁਰੂ ਨੇ ਕਿਹਾ ਕਿ ਬਿਨ ਦੰਤਾਂ ਜਗ ਖਾਇਆ, ਕਿ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਇਸ ਮਾਇਆ ਨੇ ਖਾ ਲਿਆ, ਨਿਗਲ ਲਿਆ। ਸਾਰੀ ਦੁਨੀਆ ਨੂੰ ਨਿਗਲ ਲਿਆ ਆਪਣੇ ਅੰਦਰ, ਸਾਬਤ ਹੀ। ਬਚਿਆ ਕੌਣ ਤੇ ਖਾਧਾ ਕੌਣ ਗਿਆ? ਸਤਿਗੁਰੂ ਕਹਿੰਦੇ ਮਨਮੁਖ ਖਾਧੇ, ਗੁਰਮੁਖ ਉਭਰੇ। ਗੁਰਮੁਖ ਉਭਰੇ, ਗੁਰਮੁਖ ਕਿਹੜੇ? ਜਿਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣਾ ਚਿੱਤ ਲਾਇਆ, ਉਹ ਬਚੇ, ਉਹ ਪਾਰ ਲੰਘੇ। ਸਾਰੇ ਨਹੀਂ, ਦੇਖਣ ਨੂੰ ਤਾਂ ਹੋ ਸਕਦਾ ਬਹੁਤ ਸਾਰੇ ਗੁਰਮੁਖ ਦਿਸਣ, ਪਰ ਜਿਨ੍ਹਾਂ ਨੇ ਸੱਚ ਨਾਮ ਵਿੱਚ ਚਿੱਤ ਲਾਇਆ ਉਹ ਮਾਇਆ ਤੋਂ ਬਚੇ, ਉਹਨਾਂ ਨੂੰ ਮਾਇਆ ਨਿਗਲ ਨਾ ਸਕੀ। ਏਤ ਮੋਹ ਫਿਰ ਜੂਨੀ ਪਾਹੇ, ਮਾਇਆ ਦੇ ਇਸ ਮੋਹ ਕਰਕੇ ਹੀ ਸਤਿਗੁਰੂ ਕਹਿੰਦੇ ਬੰਦਾ ਜੂਨਾਂ ਵਿੱਚ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ, ਇਸ ਮੋਹ ਕਰਕੇ। ਕਿਉਂਕਿ ਮੋਹ ਦੀਆਂ ਜਿਹੜੀਆਂ ਵਾਸਨਾਵਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ, ਮੋਹ ਦੀ ਵਾਸਨਾ ਪੂਰੀ ਨਹੀਂ ਹੁੰਦੀ, ਤੇ ਫਿਰ ਉਸ ਨੂੰ ਪੂਰੀ ਕਰਨ ਲਈ ਅਗਾਂਹ ਕਈ ਜਨਮਾਂ ਦੇ ਵਿੱਚ ਭੋਗਣਾ ਪੈਂਦਾ, ਜਨਮ ਭੋਗਣੇ ਪੈਂਦੇ ਨੇ। ਏਤ ਮੋਹ ਫਿਰ ਜੂਨੀ ਪਾਹੇ, ਮੋਹੇ ਲਾਗਾ ਜੰਮਪੁਰ ਜਾਹੇ। ਤੇ ਮੋਹ ਵਿੱਚ ਲੱਗਾ ਹੋਇਆ ਬੰਦਾ ਜੰਮਪੁਰੀ ਨੂੰ ਜਾਂਦਾ ਹੈ। ਮੋਹ ਦੇ ਵਿੱਚ ਫਸਿਆ ਜੰਮ ਦੇ ਵਸ ਪੈਂਦਾ ਹੈ। ਮੋਹੇ ਲਾਗਾ ਜੰਮਪੁਰ ਜਾਹੇ, ਗੁਰ ਦੀਖਿਆ ਲੈ ਜਪ ਤਪ ਕਮਾਹੇ। ਗੁਰੂ ਦੀ ਦੀਖਿਆ ਲੈ ਕੇ, ਗੁਰੂ ਦੀ ਦੀਖਿਆ ਨਾਲ ਸਤਿਗੁਰੂ ਕਹਿੰਦੇ ਬੰਦਾ ਜਪ ਤਪ ਕਮਾਉਂਦਾ ਹੈ, ਗੁਰੂ ਦੀ ਸਿੱਖਿਆ ਲੈ ਕੇ। ਜਦੋਂ ਅਸੀਂ ਗੁਰੂ ਦੀ ਸਿੱਖਿਆ ਤੇ ਚੱਲਦੇ ਹਾਂ ਤਾਂ ਹੀ ਅਸੀਂ ਜਪ ਕਰ ਪਾਉਂਦੇ ਹਾਂ, ਤਾਂ ਹੀ ਅਸੀਂ ਤਪ ਕਰ ਪਾਉਂਦੇ ਹਾਂ। ਜਦੋਂ ਅਸੀਂ ਗੁਰੂ ਦੀ ਸਿੱਖਿਆ ਤੇ ਚੱਲਦੇ ਹਾਂ, ਗੁਰੂ ਸਿੱਖਿਆ ਦਿੰਦਾ ਹੈ, ਗੁਰੂ ਦੀ ਸਿੱਖਿਆ ਹੀ ਸਾਨੂੰ ਉਤਾਰਦੀ ਹੈ, ਗੁਰੂ ਦੀ ਸਿੱਖਿਆ ਹੀ ਸਾਡਾ ਭਲਾ ਕਰਦੀ ਹੈ। ਗੁਰੂ ਦੀ ਦੀਖਿਆ ਤੋਂ ਬਿਨਾਂ ਸਾਡਾ ਭਲਾ ਨਹੀਂ ਜੇ ਹੁੰਦਾ।
ਗੁਰੂ ਦੀ ਦੀਖਿਆ ਤੋਂ ਬਿਨਾਂ ਅਸੀਂ ਪਾਰ ਨਹੀਂ ਲੰਘਦੇ। ਇਸ ਲਈ ਸਤਿਗੁਰੂ ਕਹਿੰਦੇ ਗੁਰ ਦੀਖਿਆ ਲੈ ਜਪ ਤਪ ਕਮਾਹੇ, ਨਾ ਮੋਹ ਟੂਟੈ ਨਾ ਥਾਏ ਪਾਹੇ। ਤੇ ਜਿਹੜਾ ਬੰਦਾ ਗੁਰੂ ਦੀ ਮੱਤ ਤੇ ਨਹੀਂ ਤੁਰਦਾ, ਉਸ ਬੰਦੇ ਦਾ ਮਾਇਆ ਦਾ ਮੋਹ ਨਹੀਂ ਮਿਟਦਾ। ਉਸ ਬੰਦੇ ਦੇ ਅੰਦਰ ਦੀ ਮਾਇਆ ਅਤੇ ਉਸ ਮਾਇਆ ਦਾ ਮੋਹ ਨਹੀਂ ਖਤਮ ਹੁੰਦਾ। ਮੋਹ ਉਵੇਂ ਦਾ ਉਵੇਂ ਰਹਿੰਦਾ, ਮੋਹ ਨਹੀਂ ਮਿਟਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ ਨਾ ਮੋਹ ਟੂਟੈ ਨਾ ਥਾਏ ਪਾਹੇ। ਮੋਹ ਦੇ ਵਿੱਚ ਕੀਤਾ ਹੋਇਆ ਜਪ ਤਪ, ਮੋਹ ਦੇ ਵਿੱਚ ਕੀਤੀ ਸਾਧਨਾ, ਸਤਿਗੁਰੂ ਕਹਿੰਦੇ ਉਹ ਥਾਏ ਨਹੀਂ ਪੈਂਦੀ, ਉਹ ਕਬੂਲ ਨਹੀਂ ਪੈਂਦੀ। ਕਿਉਂਕਿ ਬੰਦਾ ਸਾਧਨਾ ਕਰਦਾ ਰਿਹਾ, ਸਿਮਰਨ ਕਰਦਾ ਰਿਹਾ, ਪਰ ਧਿਆਨ ਇਹਦਾ ਕਿਹਦੇ ਵਿੱਚ ਰਿਹਾ? ਆਪਣੇ ਪਰਿਵਾਰ ਵਿੱਚ, ਆਪਣੇ ਧੀਆਂ ਪੁੱਤਾਂ ਵਿੱਚ। ਜਿਹਦੀ ਸਾਧਨਾ ਕਰਦਾ ਸੀ, ਜਿਹਦਾ ਸਿਮਰਨ ਕਰਦਾ ਸੀ, ਉਹਦੇ ਵਿੱਚ ਧਿਆਨ ਨਹੀਂ ਸੀ। ਹੱਥ ਵਿੱਚ ਬਾਣੀ ਦਾ ਗੁਟਕਾ ਪਕੜਿਆ ਹੈ ਗੁਰੂ ਦਾ, ਗੁਰੂ ਦੀ ਬਾਣੀ ਦਾ, ਗੁਰੂ ਦੇ ਵਿੱਚ ਧਿਆਨ ਨਹੀਂ। ਤੇ ਧਿਆਨ ਹੈ ਪਰਿਵਾਰ ਵਿੱਚ, ਧਿਆਨ ਹੈ ਪੈਸੇ ਵਿੱਚ, ਧਿਆਨ ਹੈ ਚੀਜ਼ਾਂ ਵਿੱਚ। ਇਸ ਲਈ ਸਤਿਗੁਰੂ ਕਹਿੰਦੇ ਫਿਰ ਉਹਦੀ ਇਹ ਸਾਧਨਾ ਉਹ ਥਾਂ ਨਹੀਂ ਪੈਂਦੀ, ਉਹਦਾ ਇਹ ਪੂਜਾ ਪਾਠ ਥਾਂ ਨਹੀਂ ਪੈਂਦਾ। ਤੇ ਫਿਰ ਐਸੇ ਬੰਦੇ ਦਾ ਮੋਹ ਟੁੱਟਦਾ ਵੀ ਨਹੀਂ। ਫਿਰ ਨਾ ਮੋਹ ਟੁੱਟੈ ਨਾ ਥਾਂ ਪਾਹੇ, ਨਾ ਉਹਦਾ ਮੋਹ ਟੁੱਟਦਾ ਨਾ ਉਹ ਥਾਂ ਪੈਂਦਾ। ਜਿਹਦੇ ਉੱਤੇ ਉਹਦੀ ਨਜ਼ਰ ਹੁੰਦੀ ਹੈ, ਨਜ਼ਰ ਕਰੇ ਤਾਂ ਇਹ ਮੋਹ ਜਾਏ। ਜੇ ਉਹ ਵਾਹਿਗੁਰੂ ਨਜ਼ਰ ਕਰ ਦੇਵੇ, ਜੇ ਉਹ ਮਿਹਰ ਦੀ ਨਿਗਾਹ ਕਰੇ, ਨਜ਼ਰ ਕਰੇ ਤਾਂ ਥਾਏ ਪਾਹੇ, ਨਾਨਕ ਹਰਿ ਸਿਉ ਰਹਿ ਸਮਾਏ। ਉਹ ਬੰਦਾ ਵਾਹਿਗੁਰੂ ਦੇ ਨਾਲ ਸਮਾਇਆ ਰਹਿੰਦਾ ਹੈ, ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ, ਜਿਹਦੇ ਉੱਤੇ ਉਹਦੀ ਨਜ਼ਰ ਹੋ ਜਾਂਦੀ ਹੈ। ਕਿਉਂਕਿ ਜਿਵੇਂ ਹੀ ਉਹਦੀ ਨਜ਼ਰ ਹੁੰਦੀ, ਤਿਵੇਂ ਹੀ ਉਸੇ ਹੀ ਵੇਲੇ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਈਦਾ ਹੈ। ਉਸੇ ਹੀ ਵੇਲੇ ਮਾਇਆ ਦੇ ਝਮੇਲੇ ਵਿੱਚੋਂ, ਮਾਇਆ ਦੇ ਝੰਜਟ ਵਿੱਚੋਂ ਨਿਕਲ ਜਾਈਦਾ। ਮਾਇਆ ਮੋਹੇ, ਸਤਿਗੁਰੂ ਕਹਿੰਦੇ ਨਿਕਲ ਗਏ ਮਾਇਆ ਦੇ ਮੋਹੇ ਹੋਏ ਬੰਦੇ, ਜਿਨ੍ਹਾਂ ਤੇ ਨਜ਼ਰ ਹੋਈ। ਨਾਨਕ ਹਰਿ ਸਿਉ ਰਹਿ ਸਮਾਏ, ਤੇ ਉਹ ਵਾਹਿਗੁਰੂ ਵਿੱਚ ਸਮਾ ਗਏ। ਜਦੋਂ ਤੱਕ ਮਾਇਆ ਦਾ ਮੋਹ ਨਹੀਂ ਮਿਟਦਾ, ਉਦੋਂ ਤੱਕ ਉਹਦੇ ਵਿੱਚ ਸਮਾਇਆ ਨਹੀਂ ਜਾਣਾ, ਉਹਦੇ ਵਿੱਚ ਲੀਨ ਨਹੀਂ ਹੋਇਆ ਜਾਣਾ। ਉਹਦੇ ਵਿੱਚ ਲੀਨ ਸਿਰਫ ਤੇ ਸਿਰਫ ਤਦੋਂ ਹੀ ਹੋ ਸਕਾਂਗੇ ਜਦੋਂ ਮਾਇਆ ਦਾ ਮੋਹ ਮਿਟੇਗਾ, ਜਦੋਂ ਮਨ ਵਿੱਚੋਂ ਭਰਮ ਮਿਟੇਗਾ। ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਮੋਹ ਅਰ ਭਰਮ ਤਜੋ ਤੁਮ ਵੀਰ, ਕਿ ਮੋਹ ਤੇ ਭਰਮ ਨੂੰ ਛੱਡ ਦੇਵੋ। ਸਤਿਗੁਰੂ ਰਹਿਮਤ ਕਰੇ ਸਾਡੇ ਮਨਾਂ ਦੇ ਅੰਦਰੋਂ ਮਾਇਆ ਦਾ ਮੋਹ ਅਤੇ ਮਾਇਆ ਦਾ ਭਰਮ ਨਿਕਲੇ, ਤਾਂ ਕਿ ਉਸ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਪੈ ਸਕੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ, ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।